आईपीएस मैथ क्लासेस यूट्यूब चैनल ਦੇ ਸਾਰੇ ਹੀ ਵਿਦਿਆਰਥੀਆਂ ਦਾ ਸਵਾਗਤ ਹੈ। ਹੁਣ ਘਰ ਬੈਠੇ ਹੀ YouTube ਤੇ ਮੈਥ ਸਿੱਖਣ ਲਈ ਆਈਪੀਐਸ ਮੈਥ ਕਲਾसेस YouTube ਚੈਨਲ ਨੂੰ ਆਪ ਵੀ ਸਬਸਕ੍ਰਾਈਬ ਕਰੋ ਅਤੇ ਹੋਰਨਾਂ ਵਿਦਿਆਰਥੀਆਂ ਨੂੰ ਵੀ ਸਬਸਕ੍ਰਾਈਬ ਕਰਵਾਓ। ਆਈਪੀਐਸ ਮੈਥ ਕਲਾसेस YouTube ਚੈਨਲ ਵਿੱਚ 10ਵੀਂ ਕਲਾਸ ਦੇ ਵਿਦਿਆਰਥੀਆਂ ਦਾ ਸਵਾਗਤ ਹੈ। ਤਾਂ ਵਿਦਿਆਰਥੀਓ ਅਭਿਆਸ ਨੰਬਰ 6 ਅਤੇ ਅਭਿਆਸ ਨੰਬਰ 10 अभ्यास नंबर 6 त्रिभुज ਅਤੇ अभ्यास नंबर 10 ਚੱਕਰ ਦੀਆਂ ਸਪਰਸ਼ ਰੇਖਾਵਾਂ ਬਾਰੇ ਇੱਕ ਨੰਬਰ ਦੇ ਜਿਹੜੇ ਕੁਐਸਚਨ ਨੇ ਇਸ ਵੀਡੀਓ ਦੇ ਵਿੱਚ ਆਪਾਂ ਕਰਾਂਗੇ। ਸਭ ਤੋਂ ਪਹਿਲਾਂ ਵਿਦਿਆਰਥੀਓ ਅਭਿਆਸ ਨੰਬਰ 6 त्रिभुज ਤਾਂ ਆਪਾਂ ਇਸ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਜੇਕਰ त्रिभुज ABC PQR ਦੇ ਸਮਰੂਪ ਹੋਵੇ, ਇਹ ਦੋ त्रिभुजां ਦਿੱਤੀਆਂ ਹੈ ABC ਅਤੇ PQR ਤਾਂ ਸਮਰੂਪ ਦੀ ਕੰਡੀਸ਼ਨ ਕੀ ਹੁੰਦੀ ਹੈ, ਜਿਹੜੀਆਂ ਇਹਦੀਆਂ ਸਾਈਡਾਂ ਨੇ ਉਹ ਰੇਸ਼ੋ ਦੇ ਵਿੱਚ ਹੁੰਦੀਆਂ, ਪ੍ਰਪੋਰਸ਼ਨੇਟ ਹੁੰਦੀਆਂ। ਇੱਧਰ ਵਾਲੀ ਸਾਈਡ ਕਿਹੜੀ ਹੈ AB, ਆ ਦੇਖੋ ਤੁਸੀਂ ਵਿਦਿਆਰਥੀਓ ਇਹਦੀ ਦੂਸਰੀ त्रिभुज ਦੀ PQ, ਮਤਲਬ ਇਹਨਾਂ ਦੀ ਰੇਸ਼ੋ ਸੇਮ ਹੁੰਦੀ ਹੈ। ਉਸ ਤੋਂ ਬਾਅਦ ਦੂਸਰੀ ਸਾਈਡ BC ਇਹ ਵਾਲੀ ਦੇਖੋ ਬਟਾ QR, ਉਸ ਤੋਂ ਬਾਅਦ ਤੀਸਰੀ ਸਾਈਡ AC ਬਟਾ PR, AC ਬਟਾ PR ਅਤੇ ਇਹਨਾਂ ਦੇ ਜਿਹੜੇ ਕੋਣ ਨੇ ਉਹ ਵੀ ਕੀ ਹੁੰਦੇ ਨੇ, ਇਕੁਅਲ ਜਿਹੜੇ ਰੇਸ਼ੋ ਦੇ ਵਿੱਚ ਹੁੰਦੇ ਨੇ, ਬਰਾਬਰ ਹੁੰਦੇ ਨੇ। ਕੋਣ P ਜਿਹੜਾ ਹੈ ਉਹ ਕੋਣ A ਦੇ ਬਰਾਬਰ ਹੋਏਗਾ, ਕੋਣ B ਜਿਹੜਾ ਹੈ ਕੋਣ Q ਦੇ ਬਰਾਬਰ ਹੋਏਗਾ ਅਤੇ ਕੋਣ C ਜਿਹੜਾ ਹੈ ਕੋਣ R ਦੇ ਬਰਾਬਰ ਹੋਵੇਗਾ। ਉਸ ਤੋਂ ਬਾਅਦ ਵਿਦਿਆਰਥੀਓ ਸੈਕਿੰਡ ਜਿਹੜੀ ਕੰਡੀਸ਼ਨ ਹੈ, ਇੱਕ ਨੰਬਰ ਦੇ ਜਿਹੜੇ ਕੁਐਸਚਨਸ ਆ ਸਕਦੇ ਨੇ ਵੀ त्रिभुज ABCR ਸਮਰੂਪ ਹੋਵੇ ਤਾਂ ਉਹਨਾਂ ਦਾ ਜਿਹੜਾ ਖੇਤਰਫਲ ਹੈ ਉਹਨਾਂ ਦੀਆਂ ਭੁਜਾਵਾਂ ਦੇ ਸਕੁਅਰ ਦੇ ਪ੍ਰਪੋਰਸ਼ਨੇਟ ਹੁੰਦਾ ਹੈ। AB ਭੁਜਾ ਪਹਿਲੀ ਬਟਾ PQ ਇਹਦਾ ਸਕੁਅਰ, दूसरी भुजा BC बटा QR ਦਾ ਸਕੁਅਰ और तीसरी भुजा AC बटा PR ਦਾ ਸਕੁਅਰ ਹੁੰਦੀ ਹੈ। ਉਸ ਤੋਂ ਬਾਅਦ ਵਿਦਿਆਰਥੀਓ ਥੇਲਸ ਥਿਊਰਮ ਜਿਹੜੀ ਹੈ ਆਪਣੀ, ਥੇਲਸ ਥਿਊਰਮ ਬਹੁਤ ਹੀ ਇੰਪੋਰਟੈਂਟ ਥਿਊਰਮ ਹੈ। ਤਾਂ त्रिभुज ABC ਵਿੱਚ ਜੇਕਰ DE ਰੇਖਾ BC ਦੇ ਸਮਾਂਤਰ ਹੋਵੇ, ਆ ਰੇਖਾ ਇਸ ਰੇਖਾ ਦੇ ਕੀ ਹੋਵੇ ਸਮਾਂਤਰ ਹੋਵੇ ਤਾਂ ਇਹਨਾਂ ਦੀਆਂ ਭੁਜਾਵਾਂ ਰੇਸ਼ੋ ਦੇ ਵਿੱਚ ਹੁੰਦੀਆਂ ਹਨ। ਪਹਿਲੀ ਭੁਜਾ ਕਿਹੜੀ ਹੈ AD ਬਟਾ DB, ਇੱਧਰੋਂ AE ਬਟਾ EC। ਇਹ ਥੇਲਸ ਥਿਊਰਮ ਦਾ ਜਿਹੜਾ ਹੈ ਫਾਰਮੂਲਾ ਹੈ, 2 ਨੰਬਰ ਦੇ ਕੁਐਸਚਨ ਦੇ ਵਿੱਚ ਵੀ ਇਹ ਕੰਮ ਆਏਗਾ। ਔਰ ਉਸ ਤੋਂ ਬਾਅਦ ਵਿਦਿਆਰਥੀਓ ਇੱਕ ਜਿਹੜੇ ਹੈ ਪਾਈਥਾਗੋਰਸ ਥਿਊਰਮ, ਪਾਈਥਾਗੋਰਸ ਥਿਊਰਮ ਕੀ ਹੁੰਦੀ ਹੈ, ਇਹਨੂੰ ਲੰਬ ਬੋਲਦੇ ਹੈ, ਇਹਨੂੰ ਕਰਨ ਔਰ ਇਹਨੂੰ ਕੀ ਬੋਲਦੇ ਆ ਆਧਾਰ। ਇਸ ਵਿੱਚ ਇੱਕ ਕੋਣ ਜਿਹੜਾ ਹੈ 90 ਡਿਗਰੀ ਦਾ ਹੋਣਾ ਜ਼ਰੂਰੀ ਹੈ। ਤਾਂ ਕਰਨ ਦਾ ਵਰਗ ਕਿਹਦੇ ਬਰਾਬਰ ਹੁੰਦਾ ਹੈ, ਆਧਾਰ ਦਾ ਵਰਗ ਪਲੱਸ ਲੰਬ ਦਾ ਵਰਗ। ਤਾਂ ਵਿਦਿਆਰਥੀਓ ਇੱਕ ਨੰਬਰ ਵਾਲੇ ਕੁਐਸਚਨਸ ਕਰਾਂਗੇ। ਉਸ ਤੋਂ ਬਾਅਦ 10ਵੇਂ ਚੈਪਟਰ ਦੇ ਬੇਸ ਜਿਹੜਾ ਹੈ ਉਹ ਵਿਦਿਆਰਥੀਓ ਦੇਖੋ ਅਧਿਆਇ ਜਿਹੜਾ ਹੈ 10 ਚੱਕਰ ਸਪਰਸ਼ ਰੇਖਾਵਾਂ, ਤਾਂ ਇਹ ਬੇਸਿਕ ਹੈ। ਇਸ ਤੋਂ ਬਾਅਦ ਇੱਕ ਨੰਬਰ ਵਾਲੇ ਕੁਐਸਚਨ ਕਰਾਂਗੇ ਵਿਦਿਆਰਥੀਓ। ਕਿਸੇ ਚੱਕਰ ਦੀ ਸਪਰਸ਼ ਰੇਖਾ ਉਹ ਹੁੰਦੀ ਹੈ ਜੋ ਚੱਕਰ ਨੂੰ ਕੇਵਲ ਇੱਕ ਬਿੰਦੂ ਤੇ ਹੀ ਕੱਟਦੀ ਹੈ। ਤਾਂ ਵਿਦਿਆਰਥੀਓ ਜਿਵੇਂ ਆ ਸਪਰਸ਼ ਰੇਖਾ ਹੈ, ਚੱਕਰ ਨੂੰ ਸਿਰਫ ਇੱਕ ਬਿੰਦੂ ਤੇ ਹੀ ਟੱਚ ਕਰਕੇ ਜਾਵੇ, ਇਹ ਸਪਰਸ਼ ਰੇਖਾ ਨਹੀਂ ਹੈ। ਜਿਹੜੀ ਚੱਕਰ ਨੂੰ ਬਿਲਕੁਲ ਐ ਨਾਲ ਦੀ ਟੱਚ ਕਰਕੇ ਜਾਵੇ ਉਹਨੂੰ ਕੀ ਬੋਲਦੇ ਆ, ਚੱਕਰ ਦੀ ਸਪਰਸ਼ ਰੇਖਾ। ਅਤੇ ਜਿਹੜੀ ਦੋ ਭਾਗਾਂ 'ਤੇ ਕੱਟ ਕੇ ਜਾਵੇ ਉਹਨੂੰ ਕੀ ਬੋਲਦੇ ਆ, ਛੇਦਕ ਰੇਖਾ। ਤਾਂ ਦੇਖੋ ਵਿਦਿਆਰਥੀਓ ਸਪਰਸ਼ ਬਿੰਦੂ ਸੈਕਿੰਡ ਕੀ ਹੈ, ਸਪਰਸ਼ ਬਿੰਦੂ ਇੱਕ ਨੰਬਰ ਦੇ ਕੁਐਸਚਨਾਂ ਦੇ ਵਿੱਚ ਕੰਮ ਆਏਗਾ। ਕਿਸੇ ਚੱਕਰ ਦੀ ਸਪਰਸ਼ ਰੇਖਾ ਅਤੇ ਚੱਕਰ ਦੇ ਸਾਂਝੇ ਬਿੰਦੂ ਨੂੰ ਚੱਕਰ ਦਾ ਸਪਰਸ਼ ਬਿੰਦੂ ਕਹਿੰਦੇ ਹਨ। ਉਸ ਤੋਂ ਬਾਅਦ ਥਰਡ, ਕਿਸੇ ਚੱਕਰ ਦੇ ਅਰਧ ਵਿਆਸ ਅਤੇ ਸਪਰਸ਼ ਰੇਖਾਵਾਂ ਵਿਚਕਾਰ ਬਣਿਆ ਕੋਣ ਕੀ ਹੁੰਦਾ ਹੈ, 90 ਡਿਗਰੀ ਹੁੰਦਾ ਹੈ। ਤਾਂ ਵਿਦਿਆਰਥੀਓ ਜਿਹੜਾ ਇਸ ਤਰ੍ਹਾਂ ਦਾ ਕੋਣ ਹੈ ਇਹ ਸਪਰਸ਼ ਰੇਖਾ ਹੈ, ਅਤੇ ਜਿਹੜਾ ਅਰਧ ਵਿਆਸ ਦੇ ਨਾਲ ਕੋਣ ਬਣਦਾ ਹੈ ਉਹ ਕਿੰਨੇ ਡਿਗਰੀ ਦਾ ਹੁੰਦਾ ਹੈ, 90 ਡਿਗਰੀ ਦਾ। ਉਸ ਤੋਂ ਬਾਅਦ ਲਾਸਟ ਜਿਹੜੀ ਇੰਪੋਰਟੈਂਟ ਚੀਜ਼ ਹੈ ਫੋਰਥ, ਕਿਸੇ ਚੱਕਰ ਦੇ ਬਾਹਰੀ ਬਿੰਦੂ ਤੋਂ ਚੱਕਰ ਦੇ ਖਿੱਚੀਆਂ ਗਈਆਂ ਸਪਰਸ਼ ਰੇਖਾਵਾਂ ਦੀ ਲੰਬਾਈਆਂ ਹਮੇਸ਼ਾ ਬਰਾਬਰ ਹੁੰਦੀਆਂ ਹਨ। ਤਾਂ ਵਿਦਿਆਰਥੀਓ ਇਹ ਜਿਹੜਾ ਹੈ ਚੱਕਰ ਹੈ ਇਹਦੇ ਬਾਹਰੀ ਬਿੰਦੂ ਤੋਂ ਜੇਕਰ ਆਪਾਂ ਸਪਰਸ਼ ਰੇਖਾ ਖਿੱਚਦੇ ਹਾਂ ਤਾਂ ਇਹਨਾਂ ਦੀਆਂ ਲੰਬਾਈਆਂ ਹਮੇਸ਼ਾ ਕੀ ਹੁੰਦੀਆਂ ਹਨ, ਬਰਾਬਰ। ਤਾਂ ਵਿਦਿਆਰਥੀਓ ਆਓ ਆਪਾਂ ਹੁਣ ਇੱਕ ਅੰਕ ਵਾਲੇ ਕੁਐਸਚਨ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਵਿਦਿਆਰਥੀਓ ਚੈਪਟਰ ਨੰਬਰ ਜਿਹੜਾ 6 ਹੈ ਉਸ ਦੇ ਇੱਕ ਅੰਕ ਵਾਲੇ ਕੁਐਸਚਨ ਦੇਖੋ ਵਿਦਿਆਰਥੀਓ। ਫਸਟ ਜਿਹੜੇ 1 ਅੰਕ ਵਾਲੇ 2 ਅੰਕ ਵਾਲੇ ਜਿਹੜੇ ਕੁਐਸਚਨਸ ਨੇ, 2 ਅੰਕ ਦਾ ਪੇਪਰ ਆਏਗਾ, ਇਸ ਵਿੱਚੋਂ 2 ਕੁਐਸਚਨ ਆਉਣਗੇ ਇੱਕ ਅੰਕ ਵਾਲੇ। ਤਾਂ ਦੇਖੋ ਕਿਹੜੇ ਜਿਹੇ ਕੁਐਸਚਨ ਆ ਸਕਦੇ ਨੇ। ਫਸਟ ਹੈ 57ਵਾਂ ਕੁਐਸਚਨ, ਸਾਰੇ ਚੱਕਰ ਡੈਸ਼ ਹੁੰਦੇ ਹਨ। ਤਾਂ ਵਿਦਿਆਰਥੀਓ ਸਾਰੇ ਚੱਕਰ ਕੀ ਹੁੰਦੇ ਹਨ, ਸਮਰੂਪ ਹੁੰਦੇ ਹਨ। ਸਮਰੂਪ ਦਾ ਮਤਲਬ ਇੱਕੋ ਜਿਹੇ ਦੇਖਣ 'ਚ ਲੱਗਦੇ ਆ, ਕੋਈ ਆਕਾਰ ਦੇ ਵਿੱਚ ਵੱਡਾ ਛੋਟਾ ਹੋ ਸਕਦਾ ਹੈ, ਇਹਨਾਂ ਨੂੰ ਕੀ ਬੋਲਦੇ ਆ, ਸਮਰੂਪ। ਕੁਐਸਚਨ ਨੰਬਰ 58, ਸਾਰੇ ਵਰਗ ਸਮਰੂਪ ਹੁੰਦੇ ਹਨ, ਇਹ ਵੀ ਵਿਦਿਆਰਥੀਓ ਸਹੀ ਹੈ। ਉਸ ਤੋਂ ਬਾਅਦ 59 ਥੋੜ੍ਹੀ ਜਿਹੀ ਮਿਸਟੇਕ ਹੈ, ਸਾਰੇ ਸਮਭੁਜੀ त्रिभुज ਜਿਹੜੇ ਹੈ ਉਹ ਸਮਰੂਪ ਹੁੰਦੇ ਹਨ, ਸਾਰੇ ਸਮਭੁਜੀ त्रिभुज ਸਮਰੂਪ ਹੁੰਦੇ ਹਨ, ਇੱਥੇ ਸਮਰੂਪ ਆਉਣਾ ਚਾਹੀਦਾ। ਤਾਂ ਨੈਕਸਟ ਕੁਐਸਚਨ ਨੰਬਰ 60, ਚਿੱਤਰ ਨੰਬਰ 1 ਦਾ ਅਧਿਐਨ ਕਰਕੇ ਦੱਸੋ ਕਿ ਕਿਹੜਾ ਕਥਨ ਸਹੀ ਹੈ। ਤਾਂ ਵਿਦਿਆਰਥੀਓ ਇਹ ਰੇਸ਼ੋ ਜਿਹੜੀ ਇਹਨਾਂ ਦੀ ਬਰਾਬਰ ਹੈ, ਦੇਖੋ ਤੁਸੀਂ 6:12, 6 ਨੂੰ 12 ਦੇ ਕੱਟੀਏ 1/2 ਆਉਂਦਾ ਹੈ,
6:12। उस तो बाद रेशो जी है 3.8 बटा 7.6 है। तो इधरों जी रेशो है 3√6√3, ये भी 1/2 आती है। पर विद्यार्थियों जी त्रिभुज है वो उल्टी पुल्टी बनी है। सही त्रिभुज जी है इस तरह बनी होनी चाहिए है, इत्थे ABC चाहिए और इधर जोड़ा है विद्यार्थियों की होना चाहिए है PQR। जी रेशो है फिर सेम होएगी, ये 3.8, ये 6 सी, ये 3 वर्गमूल 3 सी। तो विद्यार्थियों जी इत्थे 6 की जगह तो इत्थे 12 सही है, इत्थे 7.6 होना चाहिए है। PQ जी है इत्थे विद्यार्थियों R है, इत्थे Q और इत्थे कितना होना चाहिए है P और इत्थे 6 जोड़ा है 3। तो विद्यार्थियों हुण जिहड़ियां बराबर हैं वो किहड़ियां आ रही ने त्रिभुजां जिहड़ियां समरूप ने ABC समरूप किहदे है RQP दे, RQP ऑप्शन नंबर C। तो नैक्सट क्वेश्चन नंबर 61, चित्र नंबर 1 का अध्ययन करके कोण P पता करो। तो विद्यार्थियों जिहड़ा कोण P है वो किस दे बराबर होएगा 80 ते 60। तो उस तरह ही विद्यार्थियों डायग्राम जिहड़ी है तुसीं दोबारा बना सकते हो। ABC ये अपने कोल 80 सीगा, ये 60 डिग्री सी। जिहड़ी दूसरी डायग्राम है वो विद्यार्थियों तुहानूं पहले ही दस चुके हाँ। दोबारा देखो विद्यार्थियों डायग्राम ABC, ये 80 डिग्री है, ये 60 डिग्री है। तो इधर विद्यार्थियों अपने कोल है Q, इत्थे P और इत्थे कितना है R। तो विद्यार्थियों जिहड़े कोण है वो बराबर होणगे। ये कोण 80 डिग्री होएगा क्योंकि त्रिभुजा समरूप ने। Q कोण 60 डिग्री होएगा। P कोण आपां 180 डिग्री चों माइनस करके आपां पता कर लैने आ। 180 चों माइनस किते 80 ते 60 माइनस कर दो विद्यार्थियों। 180 चों 140 घटाते, 180 चों 40 घटाते तो कितने रह गए 40, यानी कि C कोण 40 है तो फिर P कोण भी कितना होएगा 40 डिग्री। तो देखो ऑप्शन नंबर D इसका सही आंसर है। तो क्वेश्चन नंबर 62, दिते गए चित्र 2 विच ABC PQR समरूप हैं। ये जोड़ा चित्र है विद्यार्थियों देखो, ये 60 डिग्री का कोण है, ये 80 का है, ये 40 का है। तो ये नियम के नाल अपने को की है त्रिभुजा समरूप हैं, सही है। तो नैक्सट क्वेश्चन नंबर 63, थर्ड त्रिभुज जी है समरूप हैं। तो रेशो देखो विद्यार्थियों AB जी है भुजा वो रेशो के बराबर है 2/4, उस तो बाद 3/6 तो 2.5/5। तो विद्यार्थियों की है दोवें त्रिभुजा जिहड़ियां हन वो की हन समरूप हैं, ये भी की है सही है। क्वेश्चन नंबर 63। तो नैक्सट क्वेश्चन आखिरी क्वेश्चन इंपॉर्टेंट क्वेश्चन भी है जी है अभ्यास 6 का। 2 समरूप त्रिभुजा का अनुपात 4:9 है। तो त्रिभुजा के खेत्रफल का अनुपात की होएगा विद्यार्थियों। खेत्रफल का अनुपात इन्हां दा वर्ग हुंदा है, 4/9 का वर्ग कर दो, इसका कितना आ जाऊगा 16/81। तो D ऑप्शन 16:81। तो नैक्सट क्वेश्चन चैप्टर जोड़ा चैप्टर नंबर 10 के 1 नंबर वाले क्वेश्चन वो तुसीं देखो विद्यार्थियों। क्वेश्चन नंबर 10th के 1 अंक वाले क्वेश्चन। तो अभ्यास जोड़ा चक्कर सब तो पहला विद्यार्थियों जी आकृति दी है वो स्पर्श रेखा किहड़ी है। स्पर्श रेखा विद्यार्थियों वो होंदी है जी चक्कर नूं सिर्फ एक ही भाग ते कटे। तो देखो विद्यार्थियों एक ही भाग ते टच करे, ऑप्शन नंबर C। तो जी B ऑप्शन है ये छेदक रेखा है। उस तो बाद 93 नंबर क्वेश्चन, एक चक्कर दियाँ कितनियां स्पर्श रेखावां हो सकदियां हन। तो विद्यार्थियों चक्कर दियाँ अनगिनत स्पर्श रेखावां हो सकदियां हन, अनगिनत रूप विच अनेक। तो नैक्सट है 94, किसी चक्कर दे स्पर्श रेखा उसनूं डैश बिंदुआं ते कटदी है। तो स्पर्श रेखा विद्यार्थियों चक्कर नूं सिर्फ एक ही बिंदु ते कटदी है। तो नैक्सट क्वेश्चन नंबर 95, एक चक्कर दियाँ डैश समांतर स्पर्श रेखावां हो सकदियां हन। तो विद्यार्थियों समांतर स्पर्श रेखावां कितनियां हो सकदियां हन, एक चक्कर दियाँ 2, वध तो वध 2 समांतर स्पर्श रेखावां हो सकदियां हन, ये इस तरह, और दूसरी जी स्पर्श रेखा है वो इस तरह समांतर हो सकती है। तो नैक्सट क्वेश्चन नंबर 97, किसी चक्कर दे किसी बिंदु तो स्पर्श रेखा स्पर्श बिंदु तो जाने वाले अर्धव्यास ते लंब होंदी है। तो विद्यार्थियों क्वेश्चन नंबर 96 रह गया, पहला 96, किसी चक्कर नूं 2 बिंदुआं ते कट्टण वाली रेखा नूं की कहते हैं छेदक रेखा। इस तरह जी कट के जाती है उसनूं छेदक रेखा बोलते हैं। तो क्वेश्चन नंबर 97, किसी चक्कर दे बिंदु तो स्पर्श रेखा स्पर्श बिंदु तो जाने वाले अर्धव्यास ते लंब होंदी है। तो विद्यार्थियों मैं पहला भी दस चुकिया हाँ, जी स्पर्श रेखा है वो इस ते लंब बनाती है, मतलब 90 डिग्री का
ਕੌਣ ਬਣਾਉਂਦੀ ਹੈ? ਅਰਧ ਵਿਆਸ ਤੋਂ ਜਿਹੜੀ ਖਿੱਚੀ ਗਈ ਹੈ। ਤਾਂ ਨੈਕਸਟ ਕੁਐਸਚਨ ਨੰਬਰ 98, ਚੱਕਰ ਅਤੇ ਉਸ ਦੀ ਸਪਰਸ਼ ਰੇਖਾ ਦੇ ਸਾਂਝੇ ਬਿੰਦੂ ਨੂੰ ਕੀ ਕਹਿੰਦੇ ਹਨ? ਤਾਂ ਉਸ ਨੂੰ ਕੀ ਕਹਿੰਦੇ ਹਨ ਵਿਦਿਆਰਥੀਓ? ਸਪਰਸ਼ ਬਿੰਦੂ। ਤਾਂ ਨੈਕਸਟ ਕੁਐਸਚਨ ਨੰਬਰ 99, ਦਿੱਤੇ ਗਏ ਚਿੱਤਰ ਵਿੱਚ ਜੇਕਰ PQ 6 ਸੈਂਟੀਮੀਟਰ ਹੈ ਤਾਂ PR ਦੀ ਲੰਬਾਈ ਦੱਸੋ। ਤਾਂ ਵਿਦਿਆਰਥੀਓ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਹਾਂ, ਜਿਹੜੀਆਂ ਬਾਹਰੀ ਬਿੰਦੂ ਤੋਂ ਸਪਰਸ਼ ਰੇਖਾ ਖਿੱਚੀਆਂ ਜਾਂਦੀਆਂ ਹਨ ਉਹਨਾਂ ਦੀਆਂ ਲੰਬਾਈਆਂ ਬਰਾਬਰ ਹੁੰਦੀਆਂ ਹਨ। ਤਾਂ ਇਸ ਲਈ PQ ਤੇ PR ਦੋਵੇਂ ਬਰਾਬਰ ਹੋਣਗੇ, ਭਾਵ 6 ਸੈਂਟੀਮੀਟਰ ਦੇ ਹੋਣਗੇ। ਤਾਂ ਨੈਕਸਟ ਕੁਐਸਚਨ ਨੰਬਰ 100, ਕਿਸੇ ਚੱਕਰ ਦੇ ਬਾਹਰੀ ਤੋਂ ਚੱਕਰ ਤੇ ਖਿੱਚੀਆਂ ਗਈਆਂ ਸਪਰਸ਼ ਰੇਖਾਵਾਂ ਦੀਆਂ ਲੰਬਾਈਆਂ ਬਰਾਬਰ ਹੁੰਦੀਆਂ ਹਨ। ਤਾਂ ਵਿਦਿਆਰਥੀਓ ਇਹ ਜਾਣਕਾਰੀ ਕੀ ਹੈ? ਸਹੀ ਹੈ। ਤਾਂ ਲਾਸਟ ਕੁਐਸਚਨ, ਕਿਸੇ ਚੱਕਰ ਦੇ ਅੰਦਰੂਨੀ ਬਿੰਦੂ ਤੋਂ ਚੱਕਰ ਨੂੰ 2 ਸਪਰਸ਼ ਰੇਖਾਵਾਂ ਖਿੱਚੀਆਂ ਜਾ ਸਕਦੀਆਂ ਹਨ। ਤਾਂ ਵਿਦਿਆਰਥੀਓ ਅੰਦਰੂਨੀ ਬਿੰਦੂ ਤੋਂ ਕੋਈ ਸਪਰਸ਼ ਰੇਖਾ ਨਹੀਂ ਖਿੱਚੀ ਜਾ ਸਕਦੀ। ਇਹ ਜਾਣਕਾਰੀ ਕੀ ਹੈ? ਗਲਤ ਹੈ। ਤਾਂ ਉਮੀਦ ਕਰਦਾ ਹਾਂ ਵਿਦਿਆਰਥੀਓ ਤੁਹਾਨੂੰ ਇਹ ਕੁਐਸਚਨ ਜਿਹੜੇ ਹੈ ਸਮਝ ਆਏ ਹੋਣਗੇ, ਇੱਕ ਅੰਕ ਵਾਲੇ। ਨੈਕਸਟ ਵੀਡੀਓ ਦੇ ਵਿੱਚ ਫਿਰ ਮਿਲਾਂਗੇ ਕੁਝ ਨਵਾਂ ਲੈ ਕੇ। ਧੰਨਵਾਦ IPS ਮੈਥ ਕਲਾਸਿਸ ਜੁਆਇਨ ਕਰਨ ਦੇ ਲਈ। ਥੈਂਕ ਯੂ ਵੈਰੀ ਮਚ।